पाप निवार तले बड़े बड़े अहंकारिया नानक गर्भ गले पूरा प्रभ आराध्या पूरा जाका नाओ नानक पूरा पाया पूरे के गुण गाओ। ज्ञान ध्यान किछ कर्म न जाना सार न जाना तेरी सब ते वड्डा सतगुर नानक राखी मेरी होटल गुर सेविय ऐनस सहज सुभाए दर्शन परसिय गुरु के जन्म मरण दुख जाए सिफत खसंबंधी नूर अरसों कुरसों चटिया इठे सच्चे पातशाह माल जन्म जन्म दी कटिया ते सच्चे पातशाह माल जन्म जन्म दी कटिया। सतनाम श्री वाहिगुरु साहिब जीओ। श्लोक महला तीजा सारस ना जल जाओ जिन हर का सो न पाया नानक रसना शब्द रसाए जिन हर हर मन वसाया सारस ना जल जाओ जिन हर का सो न पाया। वाहिगुरु जी का खालसा वाहिगुरु जी की फतेह। साहिब सतगुरु श्री गुरु ग्रंथ साहिब पातशाह जियां दी पवित्र पावन हजूरी अंदर विराजमान हो रही गुरु की संगत आप संगत ने सतगुरां दे दरबार विच बैठ के सतगुरां दी इलाही अगमी बाणी दे कीर्तन दियां दातां सरवण करके मिलिया समा ते सुआस सफले बनाए। सतगुरु पातशाह जियां ने अमृत वेले दे सुभागे समय बख्शिश कीते ने। इस वेले लड़ीवार गुरबाणी दी कथा विचार जो आपां सरवण करदे हाँ आओ कुछ समय वास्ते सतगुरां दी रहमत प्राप्त करिए बख्शिश प्राप्त करिए। अमृत बचन सतगुरां दी जो बाणी है तिस नूं सरवण करके अपने समय नूं सवासां नूं अपने जीवन नूं सफला बनाइए। वड्डे भाग ने जो सतगुरां दी गुरबाणी सानू सरवण करन वास्ते प्राप्त हो रही है। साडे जीवन नूं जिउण दी सेध मिलदी पई है ये गुरु रहमत कर रहे ने। आओ मिल के आखिए सतनाम श्री वाहिगुरु साहिब जी। सतनाम श्री वाहिगुरु साहिब जीओ। श्लोक महला तीजा सारस ना जल जाओ जिन हर का सो न पाया। गुरु पातशाह गुरु अमरदास महाराज जी ये शब्द जो है आपां नूं बख्शिश कर रहे ने। बिहागड़ा राग है ये इस राग दी वार दा ये शब्द आपां सरवण कर रहे हाँ।
22 ਵਾਰਾਂ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਵਿੱਚ ਦਰਜ ਕੀਤੀਆਂ ਮਹਾਰਾਜ ਜੀਆਂ ਨੇ। ਉਹਨਾਂ 22 ਵਾਰਾਂ ਵਿੱਚੋਂ ਇੱਕ ਵਾਰ ਇਹ ਹੈ ਜੋ ਆਪਾਂ ਅੱਜ ਸਰਵਣ ਕਰ ਰਹੇ ਹਾਂ, ਬਿਹਾਗੜੇ ਦੀ ਵਾਰ। ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਸਾ ਰਸਨਾ ਜਲ ਜਾਓ, ਉਹ ਜ਼ੁਬਾਨ ਸੜ ਜਾਵੇ। ਮਹਾਰਾਜ ਕਿਹੜੀ ਜ਼ੁਬਾਨ ਨੂੰ ਸੜਨ ਦਾ ਇਹ ਗੱਲ ਕਰਦੇ ਪਏ ਹੋ? ਪਾਤਸ਼ਾਹ ਕਹਿਣ ਲੱਗੇ ਜਿਨ ਹਰ ਕਾ ਸੁਆਉ ਨਾ ਪਾਇਆ, ਜਿਸ ਨੇ ਪਰਮਾਤਮਾ ਦੇ ਨਾਮ ਦੇ ਰਸ ਦਾ ਸਵਾਦ ਨਹੀਂ ਨਾ ਪਾਇਆ। ਜਿਸ ਜ਼ੁਬਾਨ ਨੇ, ਜਿਸ ਜਿਹਬਾ ਨੇ ਰੱਬ ਦੇ ਨਾਮ ਦਾ ਸਵਾਦ ਨਹੀਂ ਲਿਆ, ਉਹ ਜ਼ੁਬਾਨ ਕਹਿੰਦੇ ਸੜ ਜਾਵੇ, ਫਿਰ ਕਿਸ ਕੰਮ ਦੀ ਹੈ? ਮਹਾਰਾਜ ਜੀਆਂ ਦਾ ਬਚਨ ਪੜ੍ਹਦੇ ਆ, ਕਹਿਣ ਲੱਗੇ ਰਸਨਾ ਜਪੈ ਨਾ ਨਾਮ ਤਿਲ ਤਿਲ ਕਰ ਕੱਟੀਐ। ਤਿਲ ਦਾ ਇੱਕ ਛੋਟਾ ਜਿਹਾ ਬੀ ਹੁੰਦਾ। ਕਹਿਣ ਲੱਗੇ ਜਿਹੜੀ ਜ਼ੁਬਾਨ ਨਾਮ ਨਹੀਂ ਨਾ ਜਪਦੀ, ਤਿਲ ਜਿੰਨੀ ਛੋਟੀ ਛੋਟੀ ਕਰਕੇ ਉਸ ਨੂੰ ਕੱਟ ਕੇ ਸੁੱਟ ਦਿੱਤਾ ਜਾਏ, ਉਹਦਾ ਕੀ ਲਾਭ ਹੈ? ਫਰੀਦਾ ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਕੀਜੈ ਕਾਏ। ਕੱਲੀ ਜ਼ੁਬਾਨ ਦੀ ਗੱਲ ਨਹੀਂ, ਜ਼ੁਬਾਨ ਤੇ ਸਿਰ ਦੇ ਨਾਲ ਲੱਗਾ ਮੂੰਹ, ਤੇ ਮੂੰਹ ਦੇ ਵਿੱਚ ਹੈ ਜ਼ੁਬਾਨ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਨਾ ਉਹ ਸਿਰ ਚਾਹੀਦਾ, ਨਾ ਉਹ ਅੱਖਾਂ ਚਾਹੀਦੀਆਂ, ਨਾ ਉਹ ਕੰਨ ਚਾਹੀਦੇ ਨੇ, ਨਾ ਉਹ ਜ਼ੁਬਾਨ ਚਾਹੀਦੀ ਹੈ, ਨਾ ਉਹ ਮੂੰਹ ਚਾਹੀਦਾ। ਮਹਾਰਾਜ ਕਿਹੜਾ ਨਹੀਂ ਚਾਹੀਦਾ? ਕਹਿਣ ਲੱਗੇ ਜਿਹੜਾ ਸਿਰ ਗੁਰੂ ਅੱਗੇ ਨਿਵਿਆ ਨਹੀਂ, ਜਿਹੜੀਆਂ ਅੱਖਾਂ ਗੁਰੂ ਦੇ ਦਿਦਾਰੇ ਨਹੀਂ ਕਰ ਸਕੀਆਂ, ਜਿਹੜੇ ਕੰਨ ਗੁਰੂ ਦਾ ਬਚਨ ਨਹੀਂ ਸੁਣ ਸਕੇ, ਜਿਹੜੀ ਜ਼ੁਬਾਨ ਦੇ ਵਿੱਚੋਂ ਗੁਰੂ ਦੀ ਬਾਣੀ ਮੂੰਹ ਦੇ ਵਿੱਚੋਂ ਨਹੀਂ ਪੜ੍ਹੀ ਗਈ ਹੈ। ਕੀ ਕਰਨਾ ਇਹੋ ਜਿਹੀ ਜ਼ੁਬਾਨ ਤੇ ਸਿਰ ਨੂੰ? ਕੀ ਕਰਨਾ ਇਹੋ ਜਿਹਾ ਕੰਨਾਂ ਤੇ ਅੱਖਾਂ ਨੂੰ? ਕਹਿਣ ਲੱਗੇ ਜੋ ਸਿਰ ਸਾਈਂ ਨਾ ਨਿਵੈ, ਸੋ ਸਿਰ ਕੀਜੈ ਕਾਏ। ਕੁੰਨੈ ਹੇਠ ਜਲਾਈਐ, ਬਾਲਣ ਸੰਧੈ ਥਾਏ। ਤੌੜੀ ਦੇ ਥੱਲੇ ਲੱਕੜਾਂ ਬਾਲੀਆਂ ਜਾਂਦੀਆਂ, ਉਹਨਾਂ ਲੱਕੜਾਂ ਦੀ ਥਾਂ ਤੇ ਇਹ ਸਿਰ ਬਾਲ ਦਿੱਤਾ ਜਾਵੇ, ਜਿਸ ਸਿਰ ਦੇ ਅੰਗਾਂ ਨੇ ਰੱਬ ਦੇ ਨਾਮ ਨੂੰ ਜਪਿਆ, ਸੁਣਿਆ, ਵੇਖਿਆ ਨਹੀਂ ਹੈ। ਭਗਤ ਜਨ ਕਹਿਣ ਲੱਗੇ ਰਸਨਾ ਜਪੈ ਨਾ ਨਾਮ, ਜਿਹੜੀ ਜ਼ੁਬਾਨ ਨਾਮ ਨਹੀਂ ਨਾ ਜਪਦੀ, ਵਾਹਿਗੁਰੂ ਨਹੀਂ ਮੂੰਹੋਂ ਨਿਕਲਦਾ, ਰਾਮ ਨਹੀਂ ਮੂੰਹੋਂ ਨਿਕਲਦਾ, ਖੁਦਾ ਨਹੀਂ ਮੂੰਹੋਂ ਨਿਕਲਦਾ। ਜਿਸ ਗੁਰਸਿੱਖ ਨੇ ਅੰਮ੍ਰਿਤ ਵੇਲੇ ਉੱਠ ਕੇ ਜਪਜੀ ਸਾਹਿਬ ਦਾ ਪਾਠ ਨਹੀਂ ਕੀਤਾ, ਵਾਹਿਗੁਰੂ ਮੰਤਰ ਦਾ ਚਿੰਤਨ ਨਹੀਂ ਕੀਤਾ, ਕਹਿਣ ਲੱਗੇ ਫਿਰ ਕੀ ਕਰਨਾ ਤੇਰੀ ਇਹੋ ਜਿਹੀ ਜ਼ੁਬਾਨ ਦਾ? ਤੇਰੀ ਜ਼ੁਬਾਨ ਤੇ ਫਿਰ ਸੜੀ ਜਾਵੇ। ਗੁਰੂ ਅਮਰਦਾਸ ਪਾਤਸ਼ਾਹ ਦੇ ਬੜੇ ਕਰੜੇ ਬਚਨ ਨੇ। ਕਹਿਣ ਲੱਗੇ ਸਾ ਰਸਨਾ ਜਲ ਜਾਓ, ਉਹ ਜ਼ੁਬਾਨ ਸੜ ਜਾਵੇ। ਜਿਤ ਹਰ ਕਾ ਸੌ ਨਾ ਪਾਇਆ, ਜਿਸ ਜ਼ੁਬਾਨ ਨੇ ਰੱਬ ਦੇ ਨਾਮ ਦਾ ਸਵਾਦ ਲੈਣਾ ਨਹੀਂ ਪਾਇਆ, ਜਿਹਨੂੰ ਸਵਾਦ ਹੀ ਨਹੀਂ ਆਇਆ, ਨਾਮ ਦਾ ਰਸ ਹੀ ਨਹੀਂ ਆਇਆ। ਨਾਮ ਦਾ ਰਸ ਤਾਂ ਆਉਣਾ ਜੇ ਜ਼ੁਬਾਨ ਨਾਲ ਜਪਿਆ ਜਾਂਦਾ। ਚਾਟੀ ਦੇ ਵਿੱਚ ਦੁੱਧ ਜਮਾਇਆ ਹੋਇਆ, ਜੰਮਣ ਨੂੰ ਜਾਗ ਲਾਈ ਹੋਈ ਹੈ, ਪਰ ਹੁਣ ਚਾਟੀ ਦੇ ਵਿੱਚੋਂ ਮੱਖਣ ਤਾਂ ਨਿਕਲੇਗਾ ਜੇ ਵਿੱਚ ਮਧਾਣੀ ਫੇਰਾਂਗੇ। ਮਧਾਣੀ ਫਿਰੇਗੀ ਤੇ ਫਿਰ ਮੱਖਣ ਨਿਕਲਣਾ, ਘਿਓ ਫਿਰ ਮਿਲਣਾ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹੈ ਤੇ ਸਾਰਾ ਕੁਝ ਸਰੀਰ ਦੇ ਵਿੱਚ, ਪਰ ਇਹ ਜ਼ੁਬਾਨ ਮਧਾਣੀ ਦਾ ਕੰਮ ਕਰਦੀ ਹੈ ਨਾ। ਜਿੰਨਾ ਚਿਰ ਫਿਰੇਗੀ ਨਹੀਂ, ਰਾਮ ਰਾਮ ਨਹੀਂ ਕਵੇਗੀ, ਵਾਹਿਗੁਰੂ ਵਾਹਿਗੁਰੂ ਨਹੀਂ ਕਰੇਗੀ, ਸਵਾਦ ਕਿੱਥੋਂ ਆਵੇਗਾ? ਰਸ ਕਿੱਥੋਂ ਆਵੇਗਾ? ਉਹਨਾਂ ਚਿਰ ਆਉਣਾ ਨਹੀਂ ਹੈ। ਰਸ ਉਦੋਂ ਆਉਣਾ ਜਦੋਂ ਜ਼ੁਬਾਨ ਦੇ ਨਾਲ ਨਾਮ ਜਪੇਗਾ। ਪਰ ਜਿਨ੍ਹਾਂ ਨੇ ਨਾਮ ਨਹੀਂ ਜਪਿਆ, ਕਹਿਣ ਲੱਗੇ ਰੱਬ ਦੇ ਸਵਾਦ ਨੂੰ ਜਿਨ੍ਹਾਂ ਨੇ ਚਖਿਆ ਨਹੀਂ ਹੈ ਨਾ, ਉਹਨਾਂ ਦੀ ਜ਼ੁਬਾਨ ਤੇ ਫਿਰ ਸਾੜੀ ਜਾਵੇ। ਇਹ ਜਿਹਵਾ ਤੇਰੇ ਕਰੋ ਸਤਖੰਡ, ਜਾਮ ਨਾ ਉਚਰਸ ਸ੍ਰੀ ਗੋਬਿੰਦ। ਗੁਰਬਾਣੀ ਦਾ ਬਚਨ ਹੈ। ਸਤ ਤੋਂ ਭਾਵ ਹੁੰਦਾ 100। ਮਹਾਰਾਜ ਕਹਿੰਦੇ ਆ ਜ਼ੁਬਾਨ ਤੇਰੇ ਕਰੋ ਸਤਖੰਡ, ਸਤ ਤੋਂ ਭਾਵ 100, ਤੇਰੇ 100 ਟੋਟੇ ਕਰਦੇ ਆ। ਪਰ ਮਹਾਰਾਜ ਕਿਉਂ? ਕਹਿੰਦੇ ਜਾਮ ਨਾ ਉਚਰਸ ਸ੍ਰੀ ਗੋਬਿੰਦ। ਜੇ ਤੂੰ ਸ੍ਰੀ ਗੋਬਿੰਦ ਅਕਾਲ ਪੁਰਖ ਦੇ ਨਾਮ ਨੂੰ ਨਹੀਂ ਨਾ ਉਚਾਰਿਆ, ਨਾਮ ਨਹੀਂ ਨਾ ਜਪਿਆ, ਤੇ ਫਿਰ ਤੇਰੇ 100 ਟੋਟੇ ਹੋਣੇ ਚਾਹੀਦੇ। ਇਹ ਰਸਨਾ ਤੂੰ ਅੰਨ ਰਸ ਰਾਚ ਰਹੀ ਤੇਰੀ ਪਿਆਸ,
ना जाए। ये गुरु अमरदास के बचन। ਇਹ ਜ਼ੁਬਾਨ ਤੂੰ ਹੋਰਾਂ ਰਸਾਂ ਵਿੱਚ ਲੱਗੀ ਹੋਈ ਹੈ, ਤੇਰੀ ਪਿਆਸ ਤਾਂ ਨਹੀਂ ਜਾਂਦੀ, ਤਾਂ ਨਹੀਂ ਰੱਜਦੀ ਤੂੰ। ਪਿਆਸ ਨਾ ਜਾਏ ਹੋਰ ਤਕਿਤਾ, ਹੋਰ ਜੋ ਮਰਜ਼ੀ ਕਰ ਲਾ। ਪਿਆਸ ਨਹੀਂ ਜਾਣੀ ਜਿਚਰ ਹਰ ਰਸ ਪੱਲੇ ਨਾ ਪਾਏ। ਜਿੰਨਾ ਚਿਰ ਰੱਬ ਦੀ ਬੰਦਗੀ ਪੱਲੇ ਨਹੀਂ ਨਾ ਤੇਰੇ, ਉਹਨਾਂ ਚਿਰ ਸਵਾਦ ਕੋਈ ਨਹੀਂ ਆਉਣਾ, ਉਹਨਾਂ ਚਿਰ ਰੱਜ ਕੋਈ ਨਹੀਂ ਆਉਣਾ ਹੈ। ਇੱਥੇ ਮਹਾਰਾਜ ਕਹਿਣ ਲੱਗੇ ਸਾਰਸ ਨਾ ਜਲ ਜਾਓ, ਉਹ ਜ਼ੁਬਾਨ ਸੜ ਜਾਵੇ। ਜਿਤ ਹਰ ਕਾ ਸੁਆਵ ਨਾ ਪਾਇਆ, ਜਿਸ ਜ਼ੁਬਾਨ ਨੇ ਰੱਬ ਦੇ ਨਾਮ ਦਾ ਰਸ ਲੈਣਾ ਨਹੀਂ ਜਾਣਿਆ ਹੈ, ਰੱਬ ਦੇ ਨਾਮ ਦੇ ਰਸ ਨੂੰ ਨਹੀਂ ਪਾਇਆ ਹੈ। ਨਾਨਕ ਰਸਨਾ ਸ਼ਬਦ ਰਸਾਏ, ਜਿਨ ਹਰ ਹਰ ਮਨ ਵਸਾਇਆ। ਪਾਤਸ਼ਾਹ ਕਹਿਣ ਲੱਗੇ ਗੁਰਮੁਖਾਂ ਨੇ ਆਪਣੀ ਰਸਨਾ ਨੂੰ ਰੱਬ ਦੇ ਨਾਮ ਦੇ ਰਸ ਵਿੱਚ ਲਾ ਕੇ ਉਹਨਾਂ ਨੇ ਆਖਿਆ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਵਾਹਿਗੁਰੂ ਦਾ ਚਿੰਤਨ ਕੀਤਾ ਤੇ ਰਸਨਾ ਜਿਹੜੀ ਹੈ ਨਾ ਫਿਰ ਨਾਮ ਰਸ ਵਿੱਚ ਰੰਗੀ ਗਈ, ਨਾਮ ਦੇ ਰਸ ਨੂੰ ਲੈਣ ਲੱਗ ਪਈ, ਸਵਾਦ ਲੈਣ ਲੱਗ ਪਈ। ਤੇ ਫਿਰ ਇਹੋ ਜਿਹਾ ਸਵਾਦ ਆ ਗਿਆ, ਕਹਿਣ ਲੱਗੇ ਸ਼ੱਕਰ ਖੰਡ ਨਵਾਤ ਗੁੜ, ਮਾਖਿਓ ਮਾਝਾ ਦੁੱਧ, ਸਭੇ ਵਸਤੂ ਮਿੱਠੀਆਂ ਰੱਬ ਨਾ ਪੂਜਣ ਤੁਧ। ਨਾਮ ਦਾ ਇੰਨਾ ਸਵਾਦ ਆਇਆ, ਜ਼ੁਬਾਨ ਨੇ ਇੰਨਾ ਰਸ ਦਿੱਤਾ ਨਾਮ ਦਾ ਵੀ ਹੁਣ ਦੁਨੀਆ ਦੇ ਪਦਾਰਥ ਫਿੱਕੇ ਲੱਗਦੇ, ਪਰ ਜਿਨ੍ਹਾਂ ਨੇ ਗੁਰਮੁਖ ਬਣ ਕੇ ਗੁਰੂ ਕੋਲੋਂ ਉਪਦੇਸ਼ ਲੈ ਕੇ ਕਮਾਈ ਕੀਤੀ ਹੈ, ਇਹ ਬਚਨ ਉਹਨਾਂ ਨੇ ਕਮਾਏ ਨੇ। ਨਾਨਕ ਰਸਨਾ ਸ਼ਬਦ ਰਸਾਏ, ਜਿਨ੍ਹਾਂ ਗੁਰਮੁਖਾਂ ਨੇ ਆਪਣੀ ਜ਼ੁਬਾਨ ਨੂੰ ਗੁਰੂ ਸ਼ਬਦ ਵਿੱਚ, ਗੁਰੂ ਉਪਦੇਸ਼ ਵਿੱਚ ਲਾ ਕੇ ਉਸ ਉਪਦੇਸ਼ ਨੂੰ ਜਪਿਆ ਹੈ, ਉਪਦੇਸ਼ ਦਾ ਰਸ ਲਿਆ ਹੈ, ਉਹਨਾਂ ਨੂੰ ਰਸ ਆਇਆ। ਜਿਨ ਹਰ ਹਰ ਮਨ ਵਸਾਇਆ, ਜਿਨ੍ਹਾਂ ਨੇ ਹਰੀ ਹਰ ਪਰਮੇਸ਼ਰ ਨੂੰ ਆਪਣੇ ਮਨ ਵਿੱਚ ਵਸਾਇਆ, ਉਹ ਸਫਲੇ ਹੋਏ ਹਨ। ਮਹੱਲਾ ਤੀਜਾ। ਸਾ ਰਸਨਾ ਜਲ ਜਾਓ, ਜਿਨ ਹਰ ਕਾ ਨਾਉ ਵਿਸਾਰਿਆ। ਦਾਸ ਪਾਤਸ਼ਾਹ ਮਹਾਰਾਜ ਫਿਰ ਬਖਸ਼ਿਸ਼ ਕਰਦੇ ਨੇ, ਕਹਿਣ ਲੱਗੇ ਉਹ ਜ਼ੁਬਾਨ ਸੜ ਜਾਵੇ। ਨਾਨਕ ਸਾ ਰਸਨਾ ਜਲ ਜਾਓ। ਪਹਿਲਾ ਬਚਨ ਜਿਹੜਾ ਸੀਗਾ ਉਹ ਮਹਾਰਾਜ ਜੀਆਂ ਨੇ ਬਖਸ਼ਿਸ਼ ਕੀਤਾ, ਕਹਿਣ ਲੱਗੇ ਜ਼ੁਬਾਨ ਸੜ ਜਾਵੇ। ਮਹਾਰਾਜ ਕਿਸ ਜ਼ੁਬਾਨ ਦੀ ਗੱਲ ਕਰਦੇ ਹੋ? ਜਿਨ ਹਰ ਕਾ ਨਾਉ ਵਿਸਾਰਿਆ, ਜਿਸ ਜ਼ੁਬਾਨ ਨੇ ਨਾਮ ਦੇ ਰਸ ਨੂੰ ਵਿਸਾਰ ਦਿੱਤਾ, ਭੁਲਾ ਦਿੱਤਾ ਹੈ। ਕਈ ਵਾਰੀ ਆਪਾਂ ਕੋਈ ਕੰਮ ਕਰਨਾ ਨਾ, ਜ਼ਰੂਰੀ ਕੰਮ ਕਰਨਾ, ਤੇ ਆਪਾਂ ਕਰਦੇ ਨਹੀਂ, ਤੇ ਜੇ ਕੋਈ ਸਾਨੂੰ ਆ ਕੇ ਪੁੱਛਦਾ ਕੀਤਾ ਨਹੀਂ ਕੰਮ, ਤੇ ਅਸੀਂ ਆਖਦੇ ਵੀ ਕੰਮ ਤੇ ਬੜਾ ਜ਼ਰੂਰੀ ਸੀ, ਪਰ ਮੇਰੇ ਯਾਦ ਵਿੱਚੋਂ ਭੁੱਲ ਗਿਆ, ਮੇਰੇ ਚੇਤੇ ਵਿੱਚੋਂ ਭੁੱਲ ਗਿਆ, ਮੈਂ ਤਾਂ ਨਹੀਂ ਕੀਤਾ। ਜੇ ਕਿਤੇ ਮੈਨੂੰ ਚੇਤਾ ਰਹਿੰਦਾ ਤੇ ਮੈਂ ਕਿਵੇਂ ਕੰਮ ਛੱਡਦਾ, ਮੈਂ ਤੇ ਜ਼ਰੂਰ ਕਰਦਾ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਹਰੀ ਦਾ ਨਾਮ ਬੜਾ ਜ਼ਰੂਰੀ ਸੀ ਚੇਤੇ ਕਰਨਾ, ਪਰ ਤੂੰ ਵਿਸਾਰਿਆ, ਭੁਲਾ ਦਿੱਤਾ। ਜ਼ਰੂਰੀ ਕੰਮ ਸੀ ਰੱਬ ਦਾ ਨਾਮ ਜਪਣਾ, ਤੂੰ ਦਿੱਤਾ ਭੁਲਾ। ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਜਿਸ ਜ਼ੁਬਾਨ ਨੇ ਰੱਬ ਦੇ ਨਾਮ ਨੂੰ ਭੁਲਾਇਆ, ਉਹ ਜ਼ੁਬਾਨ ਤੇ ਫਿਰ ਸਾੜੀ ਜਾਵੇ, ਖਤਮ ਹੀ ਹੋ ਜਾਵੇ, ਮੁੱਕੀ ਜਾਵੇ, ਉਹਦਾ ਕੀ ਕਰਨਾ ਹੈ। ਨਾਨਕ ਗੁਰਮੁਖ ਰਸਨਾ ਹਰ ਜਪੈ, ਹਰ ਕੇ ਨਾਏ ਪਿਆਰਿਆ। ਕੋਸ਼ਿਸ਼ ਕਰਦੇ ਗੁਰਮੁਖਾਂ ਦੀ ਰਸਨਾ ਜਿਹੜੀ ਹੈ ਉਹ ਹਰ ਜਪੈ। ਗੁਰਮੁਖ ਕੌਣ ਹੈ? ਸਤਿਗੁਰੂ ਇੱਥੇ ਸਮਝਾਉਂਦੇ ਪਏ ਗੁਰਮੁਖ ਕੌਣ ਹੈ। ਗੁਰਮੁਖ ਅਸੀਂ ਸਾਰੇ ਹੀ ਆਖਾਂਗੇ ਵੀ ਮੈਂ ਗੁਰਮੁਖ ਹਾਂ, ਪਰ ਅਸਲ ਵਿੱਚ ਗੁਰਮੁਖ ਉਹ ਹੈ ਨਾਨਕ ਗੁਰਮੁਖ ਰਸਨਾ ਹਰ ਜਪੈ। ਗੁਰਮੁਖ ਦੀ ਜ਼ੁਬਾਨ ਹਰ ਵੇਲੇ ਵਾਹਿਗੁਰੂ ਵਾਹਿਗੁਰੂ ਜਪੇਗੀ, ਰਾਮ ਰਾਮ ਕਵੇਗੀ। ਜਿਹੜਾ ਹਰ ਵੇਲੇ ਰੱਬ ਦੇ ਨਾਮ ਨੂੰ ਜਪਦਾ ਗੁਰਮੁਖ ਉਹ ਹੈ। ਗੁਰੂ ਵੱਲ ਮੂੰਹ ਉਸ ਬੰਦੇ ਦਾ ਹੈ, ਉਸ ਵਿਅਕਤੀ ਦਾ, ਉਸ ਇਨਸਾਨ ਦਾ ਹੈ ਜਿਹਦੀ ਜ਼ੁਬਾਨ ਨਾਮ ਜਪਦੀ ਹੈ। ਤੇ ਸਤਿਗੁਰਾਂ ਦਾ ਬਚਨ ਨਾਨਕ ਰਸਨਾ ਸ਼ਬਦ ਰਸਾਏ, ਨਾਨਕ ਗੁਰਮੁਖ ਰਸਨਾ ਹਰ ਜਪੈ। ਗੁਰਮੁਖਾਂ ਦੀ ਜ਼ੁਬਾਨ ਕਦੇ ਭੁੱਲਦੀ ਨਹੀਂ ਹੈ ਰੱਬ ਦੇ ਨਾਮ। ਤੇ ਗੁਰਮੁਖ ਕੌਣ ਨੇ? ਭਾਈ ਸਾਹਿਬ ਭਾਈ ਮਨੀ ਸਿੰਘ ਜੀ, ਭਾਈ ਸਾਹਿਬ ਭਾਈ ਮਤੀ ਦਾਸ ਜੀ ਤੇ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਗੁਰਮੁਖ ਨੇ। ਮਤੀ ਦਾਸ ਜੀਆਂ ਦੇ ਸਿਰ ਦੇ ਉੱਪਰ ਆਰਾ ਰੱਖਿਆ ਗਿਆ। ਸਰੀਰ ਦਾ ਤੇ ਆਤਮਾ ਦਾ ਵਿਛੋੜਾ ਪੈਣ ਲੱਗਾ। ਆਤਮਾ ਨਿਰੰਕਾਰ ਦੇ ਦੇਸ਼ ਨੂੰ ਜਾਣ ਲੱਗੀ ਹੈ, ਸਰੀਰ ਤੇ ਸੰਸਾਰ ਵਿੱਚ ਰਹਿ ਜਾਣਾ।
पर उस वेले भी गुरमुख दी रसना ने रब दे नाम नूं नहीं छड्डिया। उस वेले भी आखिया जपजी साहब दे पाठ नूं, आखिया जपजी साहब दे पाठ नूं पढ़िया। सबना जियां का एक दाता, सो मैं विसर ना जाई। ਅਸੀਂ ਤੇ ਜੇ ਰੱਬ ਦਾ ਕਿਤੇ ਚਿੰਤਨ ਕਰਦੇ ਵੀ ਹੋਈਏ ਤੇ ਕੰਡਾ ਚੁੱਭ ਜਾਏ ਤੇ ਹਾਏ ਕੰਡਾ ਚੁੱਭਿਆ, ਰੱਬ ਦਾ ਨਾਮ ਭੁੱਲ ਜਾਂਦਾ। ਗੁਰਮੁਖ ਉਹ ਬਣ ਗਏ, ਸਰੀਰ ਕੁਰਬਾਨ ਹੁੰਦਾ ਪਿਆ, ਪਰ ਆਖਿਆ ਸਾਰਿਆਂ ਜੀਵਾਂ ਦਾ ਦਾਤਾ ਮੇਰੀ ਜ਼ੁਬਾਨ ਤੋਂ, ਮੇਰੇ ਧਿਆਨ ਵਿੱਚੋਂ ਭੁੱਲ ਨਾ ਕਿਤੇ ਜਾਵੇ। ਉਹ ਹੈ ਗੁਰਮੁਖ। ਸੀਸ ਚੀਰਿਆ ਜਾ ਰਿਹਾ, ਸਰੀਰ ਚੀਰਿਆ ਜਾ ਰਿਹਾ, ਆਰੀ ਦੇ ਨਾਲ, ਆਰੇ ਦੇ ਨਾਲ, ਨਾਮ ਨਹੀਂ ਭੁੱਲਿਆ। ਭਾਈ ਮਤੀ ਦਾਸ ਦੇ ਸਾਹਮਣੇ ਲੋਹੇ ਦਾ ਟੋਕਾ ਹੈ, ਸਾਹਮਣੇ ਜਿਹਨੇ ਸਰੀਰ ਨੂੰ ਵੱਢਣਾ ਹੈ। ਸਾਨੂੰ ਤੇ ਵੇਖ ਕੇ ਡਰ ਲੱਗਣ ਲੱਗ ਪੈਂਦਾ। ਇੱਧਰੋਂ ਟੋਕਾ ਚੱਲਦਾ ਜਲਾਦ ਦੇ ਹੱਥ ਵਿੱਚ, ਉੱਧਰੋਂ ਗੁਰੂ ਦੀ ਬਾਣੀ ਦਾ ਪਾਠ ਹੋ ਰਿਹਾ। ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ, ਭਗਤ ਜਨਾ ਕੈ ਮਨ ਬਿਸਰਾਮ ਬਚਨ ਹੋ ਰਿਹਾ। ਇਹ ਹੈ ਗੁਰਮੁਖਾਂ ਦੀ ਨਿਸ਼ਾਨੀ ਵੀ ਹਰ ਵੇਲੇ ਉਹਨਾਂ ਦੀ ਜ਼ੁਬਾਨ ਤੋਂ ਨਾਮ ਹੈ, ਭਾਵੇਂ ਸਰੀਰ ਛੱਡਣ ਦਾ ਸਮਾਂ ਹੀ ਕਿਉਂ ਨਾ ਆ ਗਿਆ ਹੋਵੇ। ਰੱਬ ਨਾ ਕਰੇ ਕਿਸੇ ਨੂੰ ਭਿਆਨਕ ਬਿਮਾਰੀ ਲੱਗ ਜਾਵੇ ਨਾ, ਤੇ ਡਾਕਟਰ ਆਖ ਦੇਵੇ ਵੀ ਆਹ ਰੋਗ ਤੈਨੂੰ ਲੱਗ ਗਿਆ ਹੀ, ਉਸੇ ਵੇਲੇ ਸਭ ਕੁਝ ਭੁੱਲ ਜਾਂਦਾ। ਹਾਲੇ ਕਿ ਉਸ ਰੋਗ ਨੇ ਹੌਲੀ ਹੌਲੀ ਖਤਮ ਕਰਨਾ ਹੈ, ਕਈ ਸਾਲ ਲੱਗ ਜਾਣਗੇ, ਕਈ ਸਾਲ ਜ਼ਿੰਦਗੀ ਹਾਲੇ ਕੋਲ ਹੈ, ਪਰ ਰੱਬ ਦਾ ਨਾਮ ਜਪਣਾ ਉਸੇ ਵੇਲੇ ਔਖਾ ਲੱਗਣ ਲੱਗ ਪਿਆ, ਦੁਨੀਆ ਪਰਾਈ ਲੱਗਣ ਲੱਗ ਪਈ। ਤੇ ਉਹਨਾਂ ਦੀ ਅਵਸਥਾ ਵੇਖੋ ਜਿਨ੍ਹਾਂ ਦੇ ਸਾਹਮਣੇ ਸਰੀਰ ਛੱਡਣ ਦਾ ਸਮਾਂ ਖਲੋਤਾ, ਟੋਕੇ ਦੇ ਨਾਲ ਹੁਣੇ ਬੰਦ ਕੱਟਿਆ ਜਾਣਾ, ਥੋੜ੍ਹੇ ਮਿੰਟਾਂ ਵਿੱਚ ਸਰੀਰ ਦਾ ਬੰਦ ਹੋ ਜਾਣਾ, ਪਰ ਫਿਰ ਵੀ ਨਾਮ ਨਹੀਂ ਭੁੱਲਿਆ। ਇਹਨੂੰ ਕਹਿੰਦੇ ਨੇ ਗੁਰਮੁਖਤਾਈ। ਸਤਿਗੁਰੂ ਕਹਿਣ ਲੱਗੇ ਨਾਨਕ ਗੁਰਮੁਖ ਰਸਨਾ ਹਰ ਜਪੈ, ਹਰ ਕਹਿ ਨਾਏ ਪਿਆਰਿਆ। ਰੱਬ ਦੇ ਨਾਮ ਦੇ ਨਾਲ ਉਹ ਪਿਆਰ ਹੀ ਇੰਨਾ ਕਰਦੇ ਨੇ, ਉਹਨਾਂ ਦੀ ਰਸਨਾ ਗੁਰਮੁਖਾਂ ਦੀ ਹਰ ਵੇਲੇ ਉਹਦੇ ਨਾਮ ਨੂੰ ਜਪਦੀ ਰਹਿੰਦੀ ਹੈ। ਪੌੜੀ ਹਰਿ ਆਪੇ ਠਾਕੁਰ ਸੇਵਕ, ਭਗਤ ਹਰਿ ਆਪੇ ਕਰੇ ਕਰਾਏ। ਅਕਾਲ ਪੁਰਖ ਆਪ ਹੀ ਠਾਕੁਰ ਕਹੀਏ ਮਾਲਕ ਹੈ। ਠਾਕੁਰ ਨਾਮ ਇੱਥੇ ਮਾਲਕ ਦਾ। ਉਹ ਪਰਮਾਤਮਾ ਮਾਲਕ ਵੀ ਆਪ ਹੈ। ਠਾਕੁਰ ਤੋਂ ਅਗਲਾ ਬਚਨ ਮਹਾਰਾਜ ਨੇ ਆਖਿਆ ਸੇਵਕ। ਅੱਗੇ ਸੇਵਕ ਵੀ ਉਹ ਆਪ ਹੈ, ਮਾਲਕ ਵੀ ਆਪ ਹੈ, ਨੌਕਰ ਵੀ ਆਪ ਹੈ। ਮਾਲਕ ਵਿੱਚ ਵੀ ਆਪ ਬੈਠਾ ਹੋਇਆ, ਨੌਕਰ ਵਿੱਚ ਵੀ ਆਪ ਬੈਠਾ ਹੋਇਆ। ਸਤਿਗੁਰਾਂ ਦਾ ਬਚਨ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ, ਕਹਿਣ ਲੱਗੇ ਇੱਕ ਨਿਹਾਲੀ ਪੈ ਸਵਨ, ਇੱਕ ਉੱਪਰ ਰਹਿਣ ਖੜੇ। ਜਿਹੜਾ ਬੈੱਡ ਪਲੰਘੇ ਦੇ ਉੱਪਰ, ਬੈੱਡ ਦੇ ਉੱਪਰ ਸੁੱਤਾ ਹੋਇਆ, ਰੱਬ ਉਹਦੇ ਵਿੱਚ ਵੀ ਹੈ, ਤੇ ਜਿਹੜਾ ਉਹਦੇ ਦਰਵਾਜ਼ੇ 'ਤੇ ਬਾਹਰ ਸੋਟਾ ਫੜ ਕੇ, ਡੰਡਾ ਫੜ ਕੇ ਪਹਿਰਾ ਦਿੰਦਾ ਪਿਆ, ਰੱਬ ਉਹਦੇ ਵਿੱਚ ਵੀ ਹੈ, ਸਾਰਿਆਂ ਦੇ ਵਿੱਚ ਹੀ। ਉਹ ਮਾਲਕ ਵੀ ਆਪ ਬਣਦਾ ਪਿਆ, ਸੇਵਕ ਵੀ ਆਪ ਹੈ। ਹਰਿ ਆਪੇ ਠਾਕੁਰ, ਠਾਕੁਰ ਵੀ ਆਪ ਹੈ, ਸੇਵਕ ਵੀ ਆਪ ਹੈ, ਭਗਤ ਵੀ ਆਪ ਹੀ ਪਰਮਾਤਮਾ ਹੋ ਰਿਹਾ ਹੈ। ਹਰਿ ਆਪੇ ਕਰੇ ਕਰਾਏ, ਆਪ ਹੀ ਸਾਰੇ ਕੰਮਾਂ ਨੂੰ ਕਰਦਾ ਪਿਆ, ਔਰ ਆਪ ਹੀ ਸਾਰੇ ਕੰਮਾਂ ਨੂੰ ਕਰਾਉਂਦਾ ਵੀ ਪਿਆ ਹੈ, ਪ੍ਰੇਰ ਕੇ ਵੀ ਆਹ ਕੰਮ ਕਰ। ਕਰਨ ਵਾਲਾ ਵੀ ਆਪ, ਕਰਾਉਣ ਵਾਲਾ ਵੀ ਆਪ ਹੈ। ਹਰਿ ਆਪੇ ਵੇਖੈ ਵਿਕਸੇ ਆਪੇ, ਜਿਤ ਭਾਵੇ ਤਿਤ ਲਾਏ। ਅਕਾਲ ਪੁਰਖ ਆਪ ਹੀ ਵੇਖਦਾ ਹੈ ਸਾਰਿਆਂ ਨੂੰ, ਪਹਿਲਾਂ ਦੁਨੀਆ ਪੈਦਾ ਕਰਦਾ। ਤੁਧ ਸੰਸਾਰ ਉਪਾਇਆ, ਸਿਰੈ ਸਿਰ ਧੰਦਾ ਲਾਇਆ। ਵੇਖੈ ਕੀਤਾ ਆਪਣਾ, ਕਰ ਕੁਦਰਤ ਪਾਸਾ ਢਾਲ ਜੀਓ। ਤੁਧ ਸੰਸਾਰ ਉਪਾਇਆ, ਪਹਿਲਾਂ ਆਪ ਦੁਨੀਆ ਪੈਦਾ ਕਰਦਾ, ਦੁਨੀਆ ਪੈਦਾ ਕਰਕੇ ਫਿਰ ਸਿਰੈ ਸਿਰ ਧੰਦਾ ਲਾਇਆ। ਸਿਰ ਬਸਿਰ ਸਾਰਿਆਂ ਨੂੰ ਕੰਮ ਲਾਇਆ। ਕਿਸੇ ਨੂੰ ਆਖਿਆ ਤੂੰ ਆਹ ਕੰਮ ਕਰਨਾ, ਕਿਸੇ ਨੂੰ ਆਖਿਆ ਤੂੰ ਆਹ ਕੰਮ ਕਰਨਾ, ਕਿਸੇ ਨੂੰ ਡਾਕਟਰ ਬਣਾ ਦਿੱਤਾ, ਵੈਦ ਬਣਾ ਦਿੱਤਾ ਦੁਨੀਆ ਦਾ ਇਲਾਜ ਕਰਨ ਵਾਸਤੇ, ਕਿਸੇ ਨੂੰ ਮਰੀਜ਼ ਬਣਾ ਦਿੱਤਾ ਡਾਕਟਰ ਦੀ ਰੋਜੀ ਚਲਾਉਣ ਵਾਸਤੇ, ਕਿਸੇ ਨੂੰ ਸਫ਼ਰ ਕਰਨ ਵਾਲਾ ਰਾਹੀ ਬਣਾ ਦਿੱਤਾ ਹੈ, ਤੇ ਕਿਸੇ ਨੂੰ ਰਾਹੀ ਨੂੰ ਮੰਜ਼ਿਲ 'ਤੇ ਪਹੁੰਚਾਉਣ ਵਾਲਾ ਮਲਾਹ ਬਣਾ ਦਿੱਤਾ, ਪਾਇਲਟ ਬਣਾ ਦਿੱਤਾ, ਡਰਾਈਵਰ ਬਣਾ ਦਿੱਤਾ। ਦੁਨੀਆ ਆਪ ਉਹਨੇ ਪੈਦਾ ਕੀਤੀ ਹੈ। ਕੋਈ ਜਹਾਜ਼ ਚਲਾਉਂਦਾ ਪਿਆ, ਚਲਾ ਕੇ ਮੁਸਾਫਰ ਨੂੰ ਸਫ਼ਰ 'ਤੇ ਲਿਜਾਂਦਾ ਪਿਆ, ਕੋਈ ਮੁਸਾਫਰ ਸਫ਼ਰ ਕਰਦਾ ਪਿਆ। ਤੁਧ ਸੰਸਾਰ ਉਪਾਇਆ, ਸਿਰੈ ਸਿਰ ਧੰਦਾ ਲਾਇਆ। ਸਾਰਿਆਂ ਨੂੰ ਸਿਰ ਬਸਿਰ ਕੀਤਾ,
तेरा धंधा इहदे तो चलेगा, तेरा काम इहदे तो चलेगा। मरीज नहीं होवेगा तो डॉक्टर की करेगा, सवारी नहीं होवेगी तो सवारी नूं लिजाण वाला की करेगा। उन्हें सब कुछ ही पैदा किया, मरीज भी बना छड्या, डॉक्टर भी बना छड्या, राही मुसाफर भी बना छड्या, ते मुसाफर नूं मंजिल ते लिजाण वाला भी बना छड्या। सारियां नूं धंधे ला के बैठा होया, काम सारियां नूं दिता होया। वेख्या कीता अपना, फिर अपने कीते नूं वेखदा है, ऐसा वो परमात्मा। इत्थे महाराज बख्शिश करदे कहन लगे कि वो परमात्मा हर आपे करे कराए, करन वाला भी आप है, दुनिया कोलों काम कराउण वाला भी वो आप है। हर आपे वेख्या विगसा आपे, आप ही सारियां नूं वेखदा पिया, वेख के फिर आप ही खुश भी हुंदा पिया। कौतकां नूं रंगी रंगी भांति कर कर जिनसी, जिस परमात्मा ने रंगा रंगां दीयां जिनसां पैदा कीतियां, जीव जंतू पैदा कीते, पशु पंछी पैदा कीते, फिर उन्हां दे कीते होए कंमां नूं वेख वेख के खुश हुंदा पिया। विगसे आपे जित भावै तित लाए, जिधर नूं उहनूं चंगा लगदा उधर नूं जीवां नूं काम दे विच ला छड्डदा है। हर एक ना मार्ग पाए आपे, हर एक ना उजड़ पाए। गुरु पातशाह कहन लगे एक वो गुरमुख ने जिन्हां नूं रस्ता विखा छड्डदा भी आह रस्ता जांदा निरंकार दे घर नूं, संत का मार्ग धर्म की पौड़ी वाला। इकना नूं मार्ग पा छड्डिया, रस्ते पा छड्डिया, सही सही रस्ते चलदे मंजिल ते पहुंच जांदे। एक वो ने जिहड़े उजड़ पाए, एक वो ने जिहड़े संसार विच तुरे फिरदे। गुरमुखां नूं अकाल पुरख दा रस्ता विखा दिता, रब दे घर नूं राह किहड़ा जांदा किवें मिलदा विखाया। इकना नूं संसार विच ही जन्मां विच ही लई आउंदा, उहदी मर्जी अपनी है। ते दूजा अर्थ विद्वान करदे ने, कहण लगे इकना नूं परमात्मा जिहड़ा है ना तरक्की दी राह ते पाउंदा। जिहड़े काम नूं हत्थ पाउंदे तरक्की हुंदी जांदी है, मिट्टी नूं हत्थ पा लैंदे सोना बन जांदा, दुनिया ते वो स्टार बन जाते, नामवर व्यक्ति बन जाते। रब ने राह ही इहो जिहा दे दिता, कर्म ही इहो जिहा दे दिता भी जिधर नूं चलदे ने तरक्कियां उन्हां दीयां पैरां नूं छूंहदियां ने, ना दुनिया ते बनदा पिया। एक विचारे वो ने सारी उम्र मेहनत करते रहिंदे, मशक्कत करते रहिंदे, भजदे रहिंदे, बड़ा कुछ करते, पर विचारियां कोलों कुछ नहीं हुंदा। स्ट्रगल ते बड़ा कीता, मेहनत ते बड़ी कीती है, पर मंजिल कोई नहीं है। मौज रब दी अपनी है, अकाल पुरख दी मौज है। कहन लगे इकना मार्ग पाए आपे, इकना नूं ते इहो जिहा राह विखाउंदा भी झट ही पौड़ियां चढ़दे जांदे, जिंदगी दीयां तरक्की दीयां किते तो किते पहुंच जांदे। इकना उजड़ पाए, एक विचारे संसार दे झमेले विच इहो जिहा फसे, इहो जिहा फसे भी वो किसे बन्ने नहीं लगे। ये कौतक करदा परमात्मा भी वेख के खुश की हुंदा, आ वेख के खुश हुंदा भी आ वेखो एक नूं मैं मगरों पैदा करके कित्थे अगे लै गया कि पहलां दा पैदा होया उत्थे ही धक्के खांदा पिया। इहो जिहा कौतक करके वो आप वेखदा है। हर सच्चा साहिब सच तपावस, कर वेखै चलत सुभाए। परमात्मा सच्चा है, उहदा तपावस न्याय भी सच्चा है। जिहड़ा न्याय करदा ना रब, रब दा न्याय बिल्कुल सच्चा है। दुनिया दीयां अदालतां दे विच गवाह देण वाले गवाहकार नूं खरीदिया जाएगा। जिन्हें गवाही देनी वो खरीदिया जा सकदा, जिस वकील ने केस लड़ना खरीदिया जा सकदा, जिस जज ने फैसला सुनाउणा खरीदिया जा सकदा। ते कलयुग दा ते कर्म ही इहो जिहा लिखिया। महाराज कहण लगे झूठे को साचा कर देई, ते सच न्याओ को नाम ना लेई। ये बचन लिखिया गुरु नानक साहब दे आउण तो पहिलां। कलयुग दे राजे इहो जिहे सन, जज इहो जिहे सन, गवाह इहो जिहे सन, ते केस लड़न वाले वकील इहो जिहे सन। झूठे बंदे कोलों माया लैके आखिया भी ये ते दुध नहाता है, ये ते बड़ा ही सच्चा सुच्चा बंदा। झूठे को साचा कर देई, ते सच न्याओ को नाम ना लई। जिहड़ा सच्चा हुंदा सी ना उहनूं कोई पुछदा नहीं सी। ते कलयुग बदलिया थोड़ी है, हुण भी ते उही कलयुग है ना। हुण भी ते अदालतां विच इहो कुछ ही हुंदा। जे कोई वड्डा मिनिस्टर है, कोई नेता है, कोई अफसर है, उहदे ते जिन्ने मर्जी केस चली जाण कोई फर्क नहीं है। अपने आप घरे बैठियां तरीकां मिल जांदियां, केस रफा दफा हो जाते। एक गरीब बेचारा किसी माड़ा मोटा लंघ भी गया किसी राह तो उन्होंने सारी उम्र अदालत के धक्के पैंदे।
ਇਹ ਦੁਨੀਆ ਦਾ ਨਿਆਂ ਹੈ। ਪਰ ਮਹਾਰਾਜ ਕਹਿਣ ਲੱਗੇ ਅਕਾਲ ਪੁਰਖ ਆਪ ਸੱਚਾ ਹੈ, ਉਹਦਾ ਨਿਆਂ ਵੀ ਸੱਚਾ ਹੈ। ਪੂਰਾ ਨਿਆਂ ਕਰੇ ਕਰਤਾਰ, ਬਾਣੀ ਦਾ ਬਚਨ ਹੈ। ਉਹਦਾ ਨਿਆਂ ਪੂਰੇ ਦਾ ਪੂਰਾ, ਕਿਸੇ ਨਾਲ ਧੱਕਾ ਨਹੀਂ ਕਰਦਾ, ਨਾ ਅਮੀਰ ਨਾਲ, ਨਾ ਗਰੀਬ ਨਾਲ, ਨਾ ਵੱਡੇ ਨਾਲ, ਨਾ ਛੋਟੇ ਨਾਲ। ਇਹੋ ਜਿਹਾ ਨਿਆਂ ਕਰਦਾ ਉਹ। ਕਰ ਵੇਖਿਆ ਚਲਤ ਸਵਾਏ, ਫਿਰ ਸਾਰੇ ਚਲਤ ਕੌਤਕ ਕਰ ਕਰਕੇ ਵੇਖਦਾ। ਐਸਾ ਉਹ ਪਰਮਾਤਮਾ ਹੈ। ਗੁਰ ਪ੍ਰਸਾਦ ਕਹੈ ਜਨ ਨਾਨਕ, ਹਰ ਸੱਚੇ ਕੇ ਗੁਣ ਗਾਏ। ਕਿਰਪਾ ਦੇ ਨਾਲ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ ਭਾਈ ਅਸੀਂ ਤੇ ਇਹ ਬਚਨ ਕਰਦੇ ਹਾਂ ਵੀ ਅਕਾਲ ਪੁਰਖ ਦੇ ਗੁਣ ਗਾ, ਉਹੀ ਸੱਚਾ ਹੈ। ਬੰਦੇ ਦੇ ਗੁਣ ਨਾ ਗਾਇਆ ਕਰ। ਬੰਦਾ ਸੱਚਾ ਕੋਈ ਨਹੀਂ ਹੈ, ਸੱਚਾ ਅਕਾਲ ਪੁਰਖ ਹੈ। ਅਸੀਂ ਬਚਨ ਇਹ ਕਰਦੇ ਹਾਂ ਵੀ ਅਕਾਲ ਪੁਰਖ ਦੇ ਗੁਣ ਗਾ। ਇਹ ਤੈਨੂੰ ਉਪਦੇਸ਼ ਬਖਸ਼ਿਸ਼ ਕਰਦੇ ਹਾਂ। ਸ਼ਲੋਕ ਮਹਲਾ ਤੀਜਾ, ਦਰਵੇਸੀ ਕੋ ਜਾਣਸੀ, ਵੇਲਾ ਕੋ ਦਰਵੇਸ਼। ਅਮਰਦਾਸ ਪਾਤਸ਼ਾਹ ਦੇ ਕੋਲ ਇੱਕ ਬੰਦਾ ਆ ਗਿਆ, ਵੇਲਾ ਜਿਹਾ ਚੱਲ ਕੇ। ਕਹਿਣ ਲੱਗਾ ਮਹਾਰਾਜ ਗ੍ਰਸਤੀ ਬੰਨਾ ਤੇ ਬੜਾ ਔਖਾ। ਪਹਿਲਾਂ ਨੌਕਰੀ ਲੱਭਾਂਗਾ, ਕਾਰੋਬਾਰ ਲੱਭਾਂਗਾ, ਫਿਰ ਕਾਰੋਬਾਰ ਲੱਭ ਕੇ ਫਿਰ ਵਿਆਹ ਕਰਾਵਾਂਗਾ, ਵਿਆਹ ਕਰਾ ਕੇ ਫਿਰ ਬੱਚੇ ਹੋਣਗੇ, ਉਹਨਾਂ ਨੂੰ ਪਾਲਾਂਗਾ, ਕਦੇ ਘਰ ਬਣਾਵਾਂਗਾ, ਕਦੇ ਉਹਨਾਂ ਦੀ ਪੜ੍ਹਾਈ ਬਾਰੇ ਸੋਚਾਂਗਾ। ਮੈਂ ਤੇ ਸਾਰੀ ਉਮਰ ਖੋਤੇ ਦੇ ਵਾਂਗ ਭਾਰ ਹੀ ਢੋਂਦਾ ਰਵਾਂਗਾ, ਕਦੇ ਕਿਸੇ ਦੀ ਮਜਬੂਰੀ, ਕਦੇ ਕਿਸੇ ਦਾ ਕੋਈ ਮੰਗ, ਤੇ ਮੈਂ ਤੇ ਮੰਗਾਂ ਹੀ ਪੂਰੀਆਂ ਕਰਦਾ ਰਵਾਂਗਾ। ਪਰਿਵਾਰ ਦੀਆਂ ਗ੍ਰਸਤੀ ਬਣਨਾ ਬੜਾ ਔਖਾ। ਪਰਿਵਾਰ ਦੀਆਂ ਲੋੜਾਂ ਸਾਰੀ ਉਮਰ ਨਹੀਂ ਪੂਰੀਆਂ ਹੁੰਦੀਆਂ। ਬੰਦਾ ਪੂਰਾ ਹੋ ਜਾਂਦਾ, ਲੋੜਾਂ ਉੱਥੇ ਦੀਆਂ ਉੱਥੇ ਖਲੋਤੀਆਂ ਹੋਈਆਂ। ਮਹਾਰਾਜ ਗ੍ਰਸਤੀ ਬਣਨਾ, ਪਰਿਵਾਰ ਵਾਲਾ ਬਣਨਾ, ਬੱਚਿਆਂ ਵਾਲਾ ਬਣਨਾ, ਘਰ ਵਾਲਾ ਬਣਨਾ ਬੜਾ ਔਖਾ। ਤੇ ਮੇਰਾ ਜੀ ਕਰਦਾ ਮੈਂ ਦਰਵੇਸ਼ ਬਣ ਜਾਵਾਂ, ਫਕੀਰ ਨਾ ਬਣ ਜਾਵਾਂ। ਨਾ ਫਕੀਰ ਨੂੰ ਵਿਆਹ ਕਰਾਉਣਾ ਪਵੇ, ਨਾ ਉਹਨੂੰ ਨੌਕਰੀ ਕਰਨੀ ਪਵੇ, ਨਾ ਉਹਨੂੰ ਕਮਾਈ ਕਰਨੀ ਪਵੇ, ਨਾ ਉਹਨੂੰ ਦੁਨੀਆ ਦੇ ਕਦੇ ਮਰਗ 'ਤੇ ਜਾਣਾ ਪਵੇ, ਨਾ ਉਹਨੂੰ ਕਦੇ ਵਿਆਹ 'ਤੇ ਜਾਣਾ ਪਵੇ। ਮੌਜਾਂ ਲੱਗੀਆਂ ਰਹਿਣਗੀਆਂ। ਗ੍ਰਸਤੀ ਬੰਦਾ ਤੇ ਕਦੇ ਵਰੀ ਬਣਾਉਂਦਿਆਂ ਥੱਕ ਜਾਂਦਾ, ਤੇ ਕਦੇ ਮਰੇ ਤੇ ਜਾ ਕੇ ਅਫਸੋਸ ਕਰਦਿਆਂ ਥੱਕ ਜਾਂਦਾ। ਮਹਾਰਾਜ ਮੈਂ ਤੇ ਫਕੀਰ ਬਣਨਾ ਚਾਹੁੰਦਾ, ਵੀ ਫਕੀਰ ਹੀ ਬਣ ਜਾਵਾਂ, ਨਾ ਕਿਤੇ ਜਾਣਾ ਪਵੇ, ਨਾ ਕਿਤੇ ਆਉਣਾ ਪਵੇ। ਫਕੀਰ ਬਣਨਾ ਬੜਾ ਸੌਖਾ। ਜਦੋਂ ਗੁਰੂ ਅਮਰਦਾਸ ਮਹਾਰਾਜ ਨੇ ਸਵਾਲ ਸੁਣਿਆ ਨਾ ਉਸ ਬੰਦੇ ਦਾ, ਤੇ ਪਾਤਸ਼ਾਹ ਜੀ ਸੁਣ ਕੇ ਫਿਰ ਕਹਿਣ ਲੱਗੇ ਦਰਵੇਸੀ ਕੋ ਜਾਣਸੀ, ਵੇਲਾ ਕੋ ਦਰਵੇਸ਼। ਕਹਿਣ ਲੱਗੇ ਜਿਹੜੀ ਦਰਵੇਸ਼ੀ ਫਕੀਰੀ ਹੈ ਨਾ, ਇਹਨੂੰ ਕੋਈ ਵਿਰਲਾ ਹੀ ਜਾਣੇਗਾ, ਕੋਈ ਵਿਰਲਾ ਹੀ ਜਾਣਦਾ। ਫਕੀਰ ਬਣਨਾ ਬੜਾ ਔਖਾ ਹੀ। ਗੱਲ ਕਹਿ ਦੇਣੀ ਬੜੀ ਸੌਖੀ ਹੈ, ਪਰ ਫਕੀਰ ਬਣਨਾ ਬੜਾ ਔਖਾ। ਰੱਬ ਦੇ ਰਾਹ ਤੇ ਚੱਲਣਾ ਬੜਾ ਔਖਾ। ਬਾਬਾ ਫਰੀਦ ਸਾਹਿਬ ਜੀ ਨੇ ਲਿਖਿਆ, ਕਹਿਣ ਲੱਗੇ ਫਰੀਦਾ ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ। ਰੁੱਖਾਂ ਵਰਗਾ ਜੀਰਾ ਹੋਣਾ ਚਾਹੀਦਾ, ਰੁੱਖ ਵਰਗਾ ਦਿਲ ਹੋਣਾ ਚਾਹੀਦਾ। ਰੁੱਖ ਦਾ ਦਿਲ ਕੀ ਹੈ? ਰੁੱਖ ਨੇ ਕਦੇ ਮੰਗਿਆ ਵੀ ਮੈਨੂੰ ਪਾਣੀ ਪਾਓ, ਮੈਨੂੰ ਪਾਣੀ ਪਾਓ, ਮੇਰੇ ਮੁੱਢ ਦੇ ਨਾਲ ਮੈਨੂੰ ਪਾਣੀ ਦੀ ਲੋੜ ਹੈ? ਕਦੇ ਰੁੱਖ ਨੇ ਆਖਿਆ ਵੀ ਹਨੇਰੀ ਕਿਉਂ ਆਈ ਹੈ, ਮੇਰੇ ਪੱਤੇ ਟੁੱਟਦੇ ਪਏ ਨੇ? ਕਦੇ ਰੁੱਖ ਨੇ ਆਖਿਆ ਵੀ ਠੰਡ ਕਿਉਂ ਆਈ ਹੈ, ਮੈਂ ਬਾਹਰ ਠਰਦਾ ਪਿਆ? ਕਦੇ ਰੁੱਖ ਨੇ ਆਖਿਆ ਵੀ ਗਰਮੀ ਕਿਉਂ ਆਈ, ਮੈਂ ਸੜਦਾ ਪਿਆ? ਬੜਾ ਵੱਡਾ ਰੁੱਖ ਦਾ ਜੇਰਾ ਹੈ। ਪਾਣੀ ਕੋਈ ਪਾਵੇ ਤੇ ਭਾਵੇਂ ਨਾ ਪਾਵੇ, ਪਰ ਵਿਚਾਰਾ ਸਹਿੰਦਾ ਪਿਆ ਦੁੱਖ। ਇੱਥੋਂ ਤੱਕ ਗਰਮੀ ਦੇ ਵਿੱਚ ਕੋਈ ਵਿਅਕਤੀ ਤੁਰਿਆ ਜਾਂਦਾ, ਗਰਮੀ ਲੱਗੀ ਬਹੁਤ ਜ਼ਿਆਦੀ, ਤੇ ਰੁੱਖ ਦੇ ਥੱਲੇ ਬੈਠ ਗਿਆ। ਰੁੱਖ ਨੇ ਦਿੱਤੀ ਛਾਂ, ਨਾਲੇ ਠੰਡੀ ਹਵਾ ਦਿੱਤੀ, ਪਸੀਨਾ ਆਇਆ, ਸੁੱਕ ਗਿਆ। ਇੰਨੇ ਚਿਰ ਨੂੰ ਰੁੱਖ ਨੂੰ ਫਲ ਲੱਗਾ ਸੀ, ਤੇ ਫਲ ਟੁੱਟਿਆ ਤੇ ਝੋਲੀ 'ਚ ਡਿੱਗਾ ਤੇ ਖਾਣ ਲੱਗ ਪਿਆ। ਤੇ ਫਲ ਖਾਂਦਾ ਖਾਂਦਾ ਰੁੱਖ ਦੇ ਥੱਲੇ ਹੀ ਲੰਮੇ ਪੈ ਗਿਆ। ਜਦੋਂ ਤਾਂ ਨੂੰ ਨਿਗਾਹ ਗਈ ਨਾ ਉੱਪਰ ਨੂੰ, ਰੁੱਖ ਵੱਲ ਨੂੰ, ਤੇ ਕਹਿਣ ਲੱਗਾ ਬੱਲੇ ਬੱਲੇ, ਬੜੇ ਬੜੇ ਸੋਹਣੇ ਟਾਹਣ ਨੇ, ਬੜਾ ਸੋਹਣਾ ਰੁੱਖ ਹੈ। ਕਿਉਂ ਨਾ ਹੋਵੇ ਘਰੇ ਜਾ ਕੇ ਆਰੀ ਲੈ ਕੇ ਆਵਾਂ, ਕੁਹਾੜੀ ਲੈ ਕੇ ਆਵਾਂ, ਪਹਿਲਾਂ ਰੁੱਖ ਵੱਢਾਂ ਤੇ ਲੱਕੜਾਂ ਵੱਢ ਕੇ ਘਰੇ ਲੈ ਕੇ ਜਾਵਾਂ, ਇਹਦਾ ਦਰਵਾਜ਼ਾ ਬਣਾਵਾਂਗਾ, ਇਹਦੀ ਬਾਰੀ ਬਣਾਵਾਂਗਾ, ਇਹਦਾ ਮੰਜਾ ਬਣਾਵਾਂਗਾ। ਰੁੱਖ ਨੇ ਤੇ ਛਾਂ ਦਿੱਤੀ ਹੈ, ਖਾਣ ਵਾਸਤੇ ਫਲ ਦਿੱਤਾ, ਤੇਰੀ ਥਕਾਵਟ ਨੂੰ ਦੂਰ ਕੀਤਾ, ਤੇ ਤੂੰ ਉਹਨੂੰ ਖਤਮ ਕਰਨ ਦੀ ਵਿਉਂਤ ਉਹਦੇ ਥੱਲੇ ਬੈਠ ਕੇ ਬਣਾਉਣ ਲੱਗ ਪਿਆ। ਕੀ ਇਹੋ ਜਿਹਾ ਜੇਰਾ ਬੰਦੇ ਦਾ ਹੋ ਸਕਦਾ? ਜਿਹੋ ਜਿਹਾ ਜੇਰਾ ਰੁੱਖ ਦਾ ਸੁੱਖ ਦਿੰਦਾ ਪਿਆ, ਫਲ ਦਿੰਦਾ ਪਿਆ, ਪਰ ਆਪਣੇ ਵੱਢਣ ਦੀ ਵਿਉਂਤ ਵੀ ਆਪਣੇ ਥੱਲੇ ਬਿਠਾ ਕੇ ਉਹਦੇ ਕੋਲੋਂ ਬਣਵਾਉਂਦਾ ਪਿਆ। ਬਾਬਾ ਫਰੀਦ ਸਾਹਿਬ ਜੀ ਕਹਿਣ ਲੱਗੇ ਫਰੀਦਾ ਦਰਵੇਸ਼ਾਂ ਨੂੰ ਲੋੜੀ ਹੈ ਰੁੱਖਾਂ ਦੀ ਜੀਰਾਂਦ। ਰੁੱਖਾਂ ਵਰਗਾ ਦਿਲ ਦਰਵੇਸ਼ ਦਾ ਹੁੰਦਾ, ਤਾਂ ਦਰਵੇਸ਼ ਬਣਿਆ ਜਾਂਦਾ। ਫਕੀਰ ਬਣਨਾ ਸੌਖਾ ਕੋਈ ਨਹੀਂ ਹੈ।
ਤਰ੍ਹਾਂ ਤਰ੍ਹਾਂ ਦੀ ਦੁਨੀਆ ਗੱਲ ਕਰਦੀ ਹੈ। ਜਿਹਨੇ ਕਦੇ ਕਿਸੇ ਨੂੰ ਕੁਝ ਨਹੀਂ ਆਖਿਆ ਉਹ ਵੀ ਦਰਵੇਸ਼ ਨੂੰ ਮਾੜਾ ਬੋਲ ਜਾਂਦਾ। ਤੇ ਗੁਰੂ ਅਮਰਦਾਸ ਪਾਤਸ਼ਾਹ ਕਹਿਣ ਲੱਗੇ, ਦਰਵੇਸ਼ੀ ਕੋ ਜਾਣ ਸੀ, ਫਕੀਰੀ ਨੂੰ ਤੇ ਕੋਈ ਕੋਈ ਜਾਣਦਾ ਹੈ, ਵਿਰਲਾ ਕੋ ਦਰਵੇਸ਼, ਕੋਈ ਵਿਰਲਾ ਹੀ ਹੈ। ਹਜ਼ਾਰਾਂ ਦੇ ਵਿੱਚ ਫਕੀਰ ਹਜ਼ਾਰਾਂ ਇਕੱਠੇ ਕੀਤੇ ਨੇ, ਹਜ਼ਾਰਾਂ ਫਕੀਰਾਂ ਵਿੱਚੋਂ ਅਸਲੀ ਫਕੀਰ ਤੇ ਕੋਈ ਹੈ, ਵਿਰਲਾ ਹੀ ਹੈ, ਸਾਰੇ ਫਕੀਰੀ ਨੂੰ ਪਾ ਨਹੀਂ ਸਕਦੇ ਹਨ। ਜੇ ਘਰ ਘਰ ਹੰਡੇ ਮੰਗਦਾ, ਤਿਗ ਜੀਵਨ ਤਿਗ ਵੇਸ। ਸਵਾਲ ਕੀਤਾ ਸੀ ਨਾ ਵੀ ਮੈਂ ਫਕੀਰ ਬਣ ਜਾਵਾਂ, ਮਹਾਰਾਜ ਕਹਿਣ ਲੱਗੇ ਫਕੀਰੀ ਇਹ ਨਾ ਸਮਝ ਲਈ ਵੀ ਠੂਠਾ ਫੜਿਆ ਹੱਥ ਵਿੱਚ ਤੇ ਲਿਆ ਮਾਈ ਇਹਦੇ ਵਿੱਚ ਕੁਝ ਪਾ ਤੇ ਅਗਲੇ ਦੇ ਘਰੇ ਜਾ ਕੇ ਮੰਗਿਆ, ਰੋਟੀ ਮਿਲੀ ਖਾ ਲਈ, ਫਿਰ ਅਗਲੇ ਘਰੇ ਚਲਾ ਗਿਆ, ਕਿਸੇ ਨੂੰ ਆਖਿਆ ਕੱਪੜਾ ਦੇ ਦੇ, ਕਿਸੇ ਨੂੰ ਆਖਿਆ ਜੁੱਤੀ ਦੇ ਦੇ, ਕਿਸੇ ਨੂੰ ਆਖਿਆ ਖਾਣ ਨੂੰ ਦੇ ਦੇ, ਕਿਸੇ ਨੂੰ ਆਖਿਆ ਪੱਗ ਦੇ ਦੇ। ਮਹਾਰਾਜ ਕਹਿਣ ਲੱਗੇ ਦਰਵੇਸ਼ ਨਹੀਂ, ਇਹ ਫਕੀਰ ਨਹੀਂ, ਉਹਦੇ ਤੇ ਜੀਵਨ ਨੂੰ ਤ੍ਰਿਗਾਕਾਰ ਲਾਹਨਤ ਹੈ, ਉਹਦੇ ਜੀਵਨ ਨੂੰ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜੇ ਘਰ ਘਰ ਹੰਡਾ ਮੰਗਦਾ, ਹਰੇਕ ਘਰ ਦਾ ਗੇੜਾ ਕੱਢਦਾ, ਪਹਿਲੇ ਘਰ ਚੋਂ ਮੰਗਿਆ, ਗਾਲਾਂ ਖਾਧੀਆਂ, ਦੂਜੇ ਘਰੇ ਚਲਾ ਗਿਆ, ਉੱਥੋਂ ਕੁਝ ਮਿਲ ਗਿਆ, ਤੀਜੇ ਘਰ ਚਲਿਆ, ਹਰੇਕ ਘਰ ਵਿੱਚ ਜਾ ਕੇ ਹੱਥ ਅੱਡਦਾ ਮੰਗਦਾ ਪਿਆ, ਕਿਸੇ ਕੋਲੋਂ ਕੱਪੜਾ, ਕਿਸੇ ਕੋਲੋਂ ਜੁੱਤਾ, ਕਿਸੇ ਕੋਲੋਂ ਭੋਜਨ, ਕਿਸੇ ਕੋਲੋਂ ਮਾਇਆ। ਤੇ ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਤ੍ਰਿਗ ਜੀਵਨ ਤ੍ਰਿਗ ਵੇਸ਼, ਜਿਹੜਾ ਫਕੀਰਾਂ ਵਾਲਾ ਤੂੰ ਲਿਬਾਸ ਪਾਈ ਫਿਰਦਾ ਨਾ, ਸਾਧੂਆਂ ਵਾਲਾ, ਤੇਰੇ ਲਿਬਾਸ ਨੂੰ ਵੀ ਲਾਹਨਤ ਹੈ ਤੇ ਤੇਰੇ ਜਨਮ ਨੂੰ ਵੀ ਲਾਹਨਤ ਹੈ, ਜਿਹੜਾ ਦਰਵੇਸ਼ ਹੋ ਕੇ ਦੁਨੀਆ ਦੇ ਅੱਗੇ ਮੰਗਦਾ ਪਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਜਦੋਂ ਸੱਚਾ ਸੌਦਾ ਕਰਨ ਵਾਸਤੇ ਗਏ ਨਾ, ਤੇ ਸੰਤ ਰੇਨ ਸਾਧੂ ਬੈਠਾ ਆਸ਼ਰਮ ਦੇ ਵਿੱਚ, ਬੰਦਗੀ ਵਿੱਚ ਲੱਗਾ ਹੋਇਆ, ਤੇ ਜਿੰਨੇ ਇਹਦੇ ਨਾਲ ਦੇ ਸਾਧੂ ਸਨ ਉਹ ਵੀ ਬੰਦਗੀ ਵਿੱਚ ਲੱਗੇ ਹੋਏ, ਕੋਈ ਖੜ ਕੇ ਤਪ ਕਰਦਾ ਪਿਆ, ਕੋਈ ਬੈਠ ਕੇ ਕਰਦਾ ਪਿਆ। ਤੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਲੰਘੇ ਤੇ ਵੇਖਿਆ ਸਰੀਰ ਬੜੇ ਕਮਜ਼ੋਰ ਨੇ, ਦੁਬਲੇ ਪਤਲੇ ਵਿਚਾਰੇ। ਮੱਥਾ ਟੇਕਿਆ, ਸੰਤ ਨੇ ਇਹਨੂੰ ਪੁੱਛਿਆ ਜੀ ਸਾਧੂ ਤੁਹਾਡੇ ਬੰਦਗੀ ਤੇ ਬੜੀ ਕਰਦੇ, ਪਰ ਖਾਂਦੇ ਪੀਂਦੇ ਕਿੱਥੋਂ? ਕਦੇ ਵੇਖਿਆ ਨਹੀਂ ਪਿੰਡ ਦੇ ਵਿੱਚ ਤੁਹਾਨੂੰ ਗਜਾ ਕਰਕੇ ਲਿਆਉਂਦੇ ਆ, ਮੰਗ ਕੇ ਲਿਆਉਂਦੇ ਆ। ਤੇ ਸੰਤ ਨੇ ਜਵਾਬ ਦਿੱਤਾ, ਕਹਿਣ ਲੱਗਿਆ ਬਾਲਕ ਅਸੀਂ ਰੱਬ ਦੇ ਫਕੀਰ ਹਾਂ, ਰੱਬ ਦੇ ਉੱਪਰ ਹੀ ਭਰੋਸਾ ਹੈ, ਇੱਥੇ ਬੈਠਿਆਂ ਮਿਲੇਗਾ, ਜੇ ਆਪਣੇ ਆਪ ਚੱਲ ਕੇ ਆਵੇਗਾ ਉਹ ਖਾਵਾਂਗੇ, ਕਿਸੇ ਦੇ ਘਰੇ ਮੰਗਣ ਨਹੀਂ ਜਾਵਾਂਗੇ। ਸੰਤ ਰੇਨ ਫਕੀਰ ਮੰਗਣ ਨਹੀਂ ਜਾਂਦਾ ਕਿਸੇ ਦੇ ਘਰ, ਨਾ ਮੇਰੇ ਚੇਲੇ ਜਾਣਗੇ। ਜਿਹਨੇ ਸਾਨੂੰ ਪੈਦਾ ਕੀਤਾ, ਦੁਨੀਆ ਨੂੰ ਅਸੀਂ ਆਖਦੇ ਹਾਂ ਵੀ ਰੱਬ ਦੁਨੀਆ ਨੂੰ ਪਾਲਦਾ, ਅਸੀਂ ਕਹਿਣ ਵਾਲੇ, ਤੇ ਸਾਨੂੰ ਯਕੀਨ ਨਹੀਂ ਹੈ, ਅਸੀਂ ਹਰੇਕ ਦੇ ਕੋਲ ਮੰਗਦੇ ਪਏ। ਮੈਂ ਕਿਸੇ ਦੇ ਘਰੇ ਮੰਗਣ ਨਹੀਂ ਜਾਂਦਾ, ਮੈਂ ਇੱਥੇ ਬੈਠਾ ਹਾਂ, ਰੱਬ ਨੂੰ ਜਦੋਂ ਭਾਏਗਾ ਚੰਗਾ ਲੱਗੇਗਾ ਬੈਠਿਆਂ ਹੀ ਦੇਵੇਗਾ, ਨਹੀਂ ਦੇਵੇਗਾ ਤੇ ਉਹਦੇ ਭਾਣੇ ਵਿੱਚ ਸ਼ੁਕਰ ਵਿੱਚ ਬੈਠੇ। ਗੁਰਮੁਖੋ ਫਕੀਰ ਤੇ ਬੜੇ ਸਨ ਜਦੋਂ ਗੁਰੂ ਨਾਨਕ ਸਾਹਿਬ ਦੁਨੀਆ ਵਿੱਚ ਆਏ, ਪਰ 20 ਰੁਪਈਆਂ ਦਾ ਜਿਹੜਾ ਰਸ਼ਟ ਪਾਣੀ ਖਰੀਦਿਆ ਨਾ, ਉਹ ਕਿਸੇ ਹੋਰ ਨੂੰ ਨਹੀਂ, ਸੰਤ ਰੇਣ ਦੇ ਆਸ਼ਰਮ ਦੇ ਵਿੱਚ ਹੀ ਲਿਆਂਦਾ ਮਹਾਰਾਜ ਨੇ। ਕਿਉਂ? ਉਹਦਾ ਸੰਤੋਖ ਵੇਖ ਕੇ, ਉਹਦਾ ਸਬਰ ਵੇਖ ਕੇ, ਵੀ ਐਡਾ ਵੱਡਾ ਸਾਧੂ, ਇੰਨਾ ਸਬਰ ਹੈ, ਭੁੱਖਿਆਂ ਬੈਠ ਕੇ ਸਮਾਂ ਕੱਢ ਲਵਾਂਗਾ, ਮੰਗਣ ਨਹੀਂ ਜਾਵਾਂਗਾ, ਦਰਵੇਸ਼ੀ ਨੂੰ ਫਕੀਰੀ ਨੂੰ ਕਲੰਕਿਤ ਨਹੀਂ ਕਰਾਂਗਾ। ਤੇ ਮਹਾਰਾਜ ਨੇ ਗੱਡੇ ਭਰ ਭਰ ਕੇ ਰਸਤਾਂ ਦੇ ਉਹਦੇ ਆਸ਼ਰਮ ਦੇ ਵਿੱਚ ਲਿਆ ਕੇ ਖੜੇ ਕਰ ਦਿੱਤੇ, 20 ਰੁਪਈਆਂ ਨੂੰ ਖਰਚ ਕੇ। ਉਹ ਇਹੋ ਜਿਹਾ ਸਿਦਕ ਵਾਲਾ ਸਾਧੂ ਹੈ, ਇਹੋ ਜਿਹਾ ਬੰਦਗੀ ਵਾਲਾ ਸਾਧੂ ਹੈ, ਉਹਨੂੰ ਦਿੱਤਾ ਹੋਇਆ ਦਾਨ ਗੁਰੂ ਨਾਨਕ ਸਾਹਿਬ ਜੀਆਂ ਦਾ ਇੰਨਾ ਵਧਿਆ ਤੇ ਫੁੱਲਿਆ, ਥਾਵਾਂ ਥਾਵਾਂ ਤੇ ਉਹ ਆਪਾਂ ਪ੍ਰਸ਼ਾਦਾ, ਉਹ ਭੋਜਨ ਗੁਰੂ ਨਾਨਕ ਸਾਹਿਬ ਦਾ ਛਕਦੇ ਪਏ। ਕਿੰਨਾ ਉਹ ਸਬਰੀ ਤੇ ਸੰਤੋਖੀ ਸਾਧੂ ਹੋਵੇਗਾ, ਬੰਦਗੀ ਵਾਲਾ, ਜਿਹਦੇ ਮਨ ਵਿੱਚ ਇੰਨਾ ਸਬਰ ਹੈ। ਸਤਿਗੁਰੂ ਪਾਤਸ਼ਾਹ ਕਹਿਣ ਲੱਗੇ ਜਿਹੜਾ ਘਰ ਘਰ ਵਿੱਚ ਮੰਗਦਾ ਪਿਆ ਨਾ, ਉਹਦੇ ਲਿਬਾਸ ਨੂੰ ਵੀ ਲਾਹਨਤ ਹੈ, ਤੇ ਪਾਤਸ਼ਾਹ ਕਹਿਣ ਲੱਗੇ ਉਹਦੇ ਜੀਵਨ ਨੂੰ ਵੀ ਲਾਹਨਤ ਹੈ। ਲਾਹਨਤ ਬੜੀ ਵੱਡੀ ਹੈ, 100 ਵਾਰੀ ਫਿੱਟੇ ਮੂੰਹ ਆਖੀਏ, 1000 ਵਾਰੀ ਫਿੱਟੇ ਮੂੰਹ ਆਖੀਏ ਤੇ ਲਾਹਨਤ ਬਣਦੀ ਹੈ। ਉਹਦੇ ਜੀਵਨ ਨੂੰ ਵੀ ਲਾਹਨਤ ਹੈ, ਉਹਦੇ ਲਿਬਾਸ ਨੂੰ ਵੀ ਲਾਹਨਤ ਹੈ। ਜਿਹੜਾ ਘਰਾਂ ਘਰਾਂ ਵਿੱਚ ਮੰਗਦਾ ਫਿਰਦਾ ਤੇ ਇੱਕ ਪਾਸੇ ਆਖਦਾ ਮੈਂ ਫਕੀਰ ਹਾਂ। ਜੇ ਫਕੀਰ ਬਣਨਾ ਤੇ ਸੰਤ ਰੇਨ ਵਰਗਾ ਬਣ, ਜਿਹੜਾ ਆਸ਼ਰਮ ਦੇ ਵਿੱਚ ਬੈਠਾ ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਮੈਂ ਮੰਗਣ ਨਹੀਂ ਜਾਂਦਾ, ਇੱਥੇ ਬੈਠਿਆ ਮਿਲੇਗਾ ਤੇ ਖਾਵਾਂਗੇ, ਨਹੀਂ ਤੇ ਨਹੀਂ ਖਾਵਾਂਗੇ। ਇਹ ਹੈ ਦਰਵੇਸ਼ ਬਣਨਾ, ਇਹ ਹੈ ਸਾਧੂ ਬਣਨਾ। ਆ ਭਗਵੇਂ ਕੱਪੜੇ ਪਾ ਕੇ, ਕਾਲੇ ਪਾ ਕੇ, ਹਰੇ ਪਾ ਕੇ, ਨੀਲੇ ਪਾ ਕੇ ਬਥੇਰੇ ਤੁਰੇ ਫਿਰਦੇ ਗਲੀਆਂ ਵਿੱਚ ਮੰਗਦੇ, ਮੈਂ ਫਲਾਣੀ ਥਾਂ ਤੋਂ ਆਇਆ, ਮੈਂ ਫਲਾਣੀ ਥਾਂ ਤੋਂ ਆਇਆ। ਠੱਗ ਇਕੱਠੇ ਕੀਤੇ, ਨਕੰਮੇ ਇਕੱਠੇ ਕੀਤੇ, ਹੱਡ ਹਰਾਮੀ ਲੋਕ ਇਕੱਠੇ ਕੀਤੇ ਨੇ, ਜਿਹੜੇ ਕੰਮ ਕਰਨਾ ਔਖਾ ਸਮਝ ਕੇ ਤੇ ਮੰਗਣ ਲੱਗ ਪਏ।
ये कोई दरवेश नहीं, ये कोई फकीर नहीं, फकीर नूं मंगण दी लोड़ नहीं पैंदी है। वो बंदे ने सवाल किया सी, कहन लगा महाराज परिवार पालना बड़ा औखा, फकीर बन जावां काम नहीं करना पवेगा। महाराज कहंदे जिहड़ी सोच तू सोची बैठा ना भी काम ना करना पवे, राम राम गाएंगे, मांग के खाएंगे, टलियां बजाएंगे, ये जिहड़ा काम तू सोची बैठा है भी टली वजा के मंग लिया, इनू त्रिगा कार, इनू लाण ते इनू हाडा हरामी कहा जाता है। ये फकीरां वाली कोई गल नहीं है। जे आसा अंदेसा ताजरा है, गुरमुख भिखिया नाओ। असली फकीर है ना गुरमुख फकीर, वो आसा ला दिंदा, आस नहीं रखदा। जे आस रख ली तो फिर फकीर दा ते आम बंदे दा की फर्क होया। आम बंदा सोचदा मैं 100 गज दे विच 200 गज विच घर बना लवां, ते जिहड़ा साधु बनया वो कहंदा मेरा कई किल्लियां दे विच कई एकड़ां विच डेरा होवे। ते फिर बंदे नालों ते साधु ज़्यादा तृष्णालू हो गया ना, ज़्यादा डुੱਬਿਆ हो गया ना संसार विच। बंदे ने ते घर बारे सोचिया भी मेरे सिर ते छत होवे, ते साध सोचदा भी मेरा डेरा होवे वड्डा सारा। ਉਹਦੀ आसा तो मुक्की नहीं, वो साध काहदा होया। सतगुरु पातशाह कहन लगे साधु वो है जिहदे मन की आसा खत्म हो गई है। तो दूजा बचन महाराज ने लिखिया अंदेशा। अंदेशा कहंदे ने फिकर, सानू फिकर पिया ना भी मैं हुण घड़ी वेखदा पिया भी इन्ने वजे मैं दफ्तर पहुँचना ही पहुँचना है, नहीं तो मालक गुस्से होवेगा, इन्ने वजे मैं फलाने काम ते जाना, फिकर ही है ना। कई बार असीं भजे भजे आउंदे मत्था टेके भजे भजे जाते, कई बार मत्था टेकन का मौका भी नहीं मिलता। कई बार घर दे विच रोटी पई पुआई रह जाती है, चुकण का चेता भुल जाता। फिकर ही इन्ना है अपने काम का भी खाण पीण का चेता भुल जाता। पर जे साधु भी साडे वर्गा ही होवे, जिवें सानू फिकर पै ने साधु नूं भी फिकर पिया रवे भी फलाने मंत्री के गल में शरोपा पाउणा है, मेरा केस चलदा पिया, फलाने नूं जाके मैं मिलना, फलाने दे अगे हत्थ अड्डना, फिर साधु काहदा होया। सानू तो नौकरी परिवार का फिक्र है, साधु ने अपने केसां का फिक्र बनया होया, फिर साडा ते उहदा फर्क तो कोई ना होया। सतगुरु पातशाह कहन लगे साधु वो है जिहदे मन में अंदेशा ना रवे, फिक्र ना रह जावे। रब जो करेगा जो तुद भावै साई भली कार, इनू कहा जाता साधु। तज रहे गुरमुख भिखिया नाओ, जिहड़े गुरमुख बन जाते खुदा फिर उन्हां दी झोली दे विच नाम दी भिखिया पाउंदा, नाम दी खैर उन्हां दी झोली विच पैंदी है। जिन्हां ने आसा भी ला छड्डियां, जिन्हां ने फिक्र भी ला छड्डे, रब दे उपर जिन्हां ने डोरियां सुट दित्तियां, पातशाह कहन लगे उन्हां गुरमुखां नूं नाम दी खैर प्राप्त हुंदी है। तिसके चरण पखालिए नानक हौं बलहारे जाओ। गुरमुख दे चरनां नूं धोना चाहीदा, उहदे तों बलहार कुर्बान सदके जाना चाहीदा, जिहड़े ऐसे गुरमुख नाम दी भिखिया लैण वाले हन। महला तीजा नानक तरवर एक फल दोए पखे नूं आए। गुरु पातशाह कहन लगे भाई ये संसार रूपी रुख है, ये संसार रुख दे उपर दो फल लगे हुए ने, एक है दुख दा, एक है सुख दा।